TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ। ਅਫਗਾਨਿਸਤਾਨ ਵਿੱਚ ਅੱਜ ਹੋਵੇਗਾ ਸਰਕਾਰ ਦਾ ਗਠਨ। ਕਿਹਦੇ ਹੱਥ ਹੋਵੇਗੀ ਸਰਕਾਰ ਦੀ ਵਾਂਗਡੋਰ, ਇਹ ਵੇਖਣ ਵਾਲੀ ਗੱਲ। ਕਾਂਗਰਸ ਵਿੱਚ ਬੜੀ ਜਲਦ ਹੋ ਸਕਦੀ ਹੈ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ। ਡੇਰਾ ਪ੍ਰੇਮੀਆਂ ਦੀ ਜਾਇਦਾਦ ਕੁਰਕ ਕਰਨ ਦੀ ਸੁਣਵਾਈ ਕਰਨੀ ਪਈ ਮੁਲਤਵੀ। ਆਖਰਕਾਰ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਮੰਨੇ ਕਿ ਪ੍ਰਾਈਵੇਟ ਸੈਕਟਰ ਲਈ ਖੇਤੀ ਨਿਵੇਸ਼ ਲਈ ਕੀਤਾ ਗਿਆ ਹੈ ਰਾਹ ਪੱਧਰਾ। ਹਰਿਆਣਾ ਦੇ ਦੋ ਮੰਤਰੀਆਂ ਨੇ ਕਿਸਾਨਾਂ ਨੂੰ ਆਖਿਆ ਬਦਤਮੀਜ਼। ਅਤੇ ਟਿਕਰੀ ਸਰਹੱਦ ਤੇ ਇੱਕ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ। ਦੋਸਤੋ ਇਹ ਕੁਝ ਖਬਰਾਂ ਨੇ ਤੇ ਕੁਝ ਇਹਨਾਂ ਤੋਂ ਇਲਾਵਾ ਹੋਰ ਜਾਣਕਾਰੀਆਂ ਨੇ ਜਿਨ੍ਹਾਂ ਨੂੰ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰਿਆ ਜਾਣਾ ਹੈ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੇਖਣ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਅਫਗਾਨਿਸਤਾਨ ਵਾਲੇ ਪਾਸਿਓਂ ਅੱਜ ਦੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਮਰੀਕੀ ਫੌਜਾਂ, ਨਾਟੋ ਫੌਜਾਂ ਨਿਕਲ ਚੁੱਕੇ ਨੇ। 31 ਅਗਸਤ ਉਹਨਾਂ ਦਾ ਉੱਥੇ ਆਖਰੀ ਦਿਨ ਸੀ ਅਤੇ ਨਿਰਧਾਰਤ ਸਮੇਂ ਤੋਂ ਵੀ ਕੁਝ ਘੰਟੇ ਪਹਿਲਾਂ ਉਹਨਾਂ ਨੇ ਅਫਗਾਨਿਸਤਾਨ ਛੱਡ ਦਿੱਤਾ ਸੀ। ਹੁਣ ਅਫਗਾਨਿਸਤਾਨ ਦੇ ਵਿੱਚ ਸਰਕਾਰ ਕਿਹੋ ਜਿਹੀ ਹੋਏਗੀ, ਕੌਣ ਸਰਕਾਰ ਦਾ ਮੁਖੀ ਹੋਏਗਾ, ਇਹ ਸਾਰੀਆਂ ਤਸਵੀਰਾਂ ਹੁਣ ਸਾਫ਼ ਹੋਣ ਲੱਗ ਪਈਆਂ ਨੇ। ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਤੇ ਨਵੀਂ ਸਰਕਾਰ ਦੇ ਮੁਖੀ ਤਾਲਿਬਾਨ ਦੇ ਸਰਵਉੱਚ ਆਗੂ ਮੁੱਲਾ ਹਿਬਾਤੁੱਲਾ ਅਖੁੰਦਜ਼ਾਦਾ ਦੱਸਿਆ ਜਾ ਰਿਹਾ ਹੈ। ਨਵੀਂ ਸਰਕਾਰ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ ਪ੍ਰਧਾਨ ਮੰਤਰੀ ਹੋਣਗੇ। ਟੋਲੋ ਨਿਊਜ਼ ਦੇ ਮੁਤਾਬਕ ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਅਨਾਮੁੱਲਾ ਸਮਾਗਾਨੀ ਨੇ ਦੱਸਿਆ ਕਿ ਤਾਲਿਬਾਨ ਆਗੂ ਮੁੱਲਾ ਹਿਬਾਤੁੱਲਾ ਅਖੁੰਦਜ਼ਾਦਾ ਹੀ ਨਵੀਂ ਸਰਕਾਰ ਦੇ ਮੁਖੀ ਹੋਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਇਹ ਵੀ ਆਖਿਆ, ਅਸੀਂ ਕਹਿੰਦੇ ਜਿਸ ਨਵੀਂ ਇਸਲਾਮਿਕ ਸਰਕਾਰ ਦਾ ਐਲਾਨ ਕਰਾਂਗੇ ਉਹ ਲੋਕਾਂ ਵਾਸਤੇ ਚੰਗੀ ਹੋਏਗੀ ਤੇ ਆਦਰਸ਼ ਹੋਵੇਗੀ। ਇਸੇ ਤਰ੍ਹਾਂ ਇੱਕ ਖਬਰ ਏਜੰਸੀ ਹੈ ਸਪੁਤਨਿਕ, ਉਹਨਾਂ ਦੀ ਜਿਹੜੀ ਰਿਪੋਰਟ ਹੈ ਉਸ ਦੇ ਮੁਤਾਬਕ ਤਾਲਿਬਾਨ 3 ਸਤੰਬਰ ਭਾਵ ਸ਼ੁੱਕਰਵਾਰ ਨੂੰ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕਰ ਦੇਵੇਗਾ। ਤਾਲਿਬਾਨ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਵਿਚਾਰ ਚਰਚਾ ਨੂੰ ਅੰਤਮ ਛੋਹਾਂ ਅੰਤਮ ਰੂਪ ਦਿੱਤਾ ਜਾ ਚੁੱਕਿਆ ਹੈ। ਹਾਲਾਂਕਿ ਉੱਥੋਂ ਦਾ ਨੈਸ਼ਨਲ ਫਲੈਗ ਕੀ ਹੋਊਗਾ, ਉਹਨਾਂ ਦਾ ਰਾਸ਼ਟਰੀ ਗੀਤ ਕੀ ਹੋਊਗਾ, ਇਹਦੇ ਬਾਬਤ ਹਾਲੇ ਉਹਨਾਂ ਨੇ ਕੋਈ ਵਿਚਾਰ ਚਰਚਾ ਨਹੀਂ ਕੀਤੀ। ਇੱਧਰ ਦੂਸਰੇ ਪਾਸੇ ਨਿਊਯਾਰਕ ਟਾਈਮਜ਼ ਨੇ ਵੀ ਲਿਖਿਆ ਕਿ ਅਖੁੰਦਜ਼ਾਦਾ ਹੀ ਹਾਲ ਦੇ ਵਿੱਚ ਕੰਧਾਰ ਦੇ ਵਿੱਚ ਤਾਲਿਬਾਨ ਦੇ ਆਲਾ ਆਗੂਆਂ ਨਾਲ ਮੀਟਿੰਗ ਕਰ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਵੀ ਈਰਾਨ ਵਰਗਾ ਸ਼ਾਸਨ ਹੋਵੇਗਾ। ਈਰਾਨ ਵਿੱਚ ਭਾਵੇਂ ਰਾਸ਼ਟਰਪਤੀ ਹੁੰਦਾ ਹੈ ਪਰ ਸਰਕਾਰ ਦਾ ਅਸਲ ਮੁਖੀ ਸਰਵਉੱਚ ਆਗੂ ਹੀ ਹੋਇਆ ਕਰਦਾ ਹੈ। ਮੌਜੂਦਾ ਸਮੇਂ ਵਿੱਚ ਈਰਾਨ ਦੇ ਸਰਵਉੱਚ ਆਗੂ ਅਤਾਉੱਲਾ ਖਮੈਨੀ ਨੇ ਖਮੈਨੀ ਵਾਂਗ ਹੀ ਤਾਲਿਬਾਨ 'ਚ ਅਖੁੰਦਜ਼ਾਦਾ ਨੂੰ ਰਹਿਬਰ ਕਹਿ ਕੇ ਸੱਦਿਆ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਆਗੂ ਜਾਂ ਲੀਡਰ। ਹੁਣ ਖਬਰਾਂ ਇਹ ਵੀ ਨੇ ਕਿ ਬਰਾਦਰ ਦੇ ਪ੍ਰਧਾਨ ਮੰਤਰੀ ਬਣ ਜਾਣ ਦੀ ਸੰਭਾਵਨਾ ਹੈ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਜਿਹੜੀ ਨਵੀਂ ਸਰਕਾਰ ਦਾ ਗਠਨ ਜਾਂ ਐਲਾਨ ਕੀਤਾ ਜਾ ਰਿਹਾ ਹੈ ਉਹਦਾ ਭਾਵੇਂ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ, ਪਰ ਨਿਊਯਾਰਕ ਟਾਈਮਜ਼ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤਾਲਿਬਾਨ ਦੇ ਸਹਿ ਸੰਸਥਾਪਕ ਮੁੱਲਾ ਅਬਦੁੱਲੀ ਗਨੀ ਬਰਾਦਰ ਨੂੰ ਇਸ ਅਹੁਦੇ ਤੇ ਵਿਰਾਜਮਾਨ ਕੀਤਾ ਜਾ ਸਕਦਾ ਹੈ। ਉਹਦਾ ਕਾਰਨ ਹੈ ਕਿ ਬਰਾਦਰ ਹੀ ਤਾਲਿਬਾਨ ਦੇ ਵੱਲੋਂ ਅਮਰੀਕਾ ਦੇ ਨਾਲ ਜਿਹੜੀ ਵੀ ਗੱਲਬਾਤ ਹੋਈ ਹੈ ਉਹੀ ਕਰ ਰਹੇ ਸੀ। ਇਸ ਤੋਂ ਬਾਅਦ ਹੀ ਅਮਰੀਕੀ ਫੌਜੀ ਅਫਗਾਨਿਸਤਾਨ ਨੂੰ ਛੱਡ ਕੇ ਬੀਤੇ ਦਿਨੀ ਬਾਹਰ ਆ ਗਏ ਸਨ ਤੇ ਅੱਜ ਤਸਵੀਰ ਬਿਲਕੁਲ ਸਾਫ਼ ਹੋ ਜਾਣੀ ਹੈ ਕਿ ਜਿਹੜੀਆਂ ਗੱਲਾਂ ਉਹਨਾਂ ਦੇ ਬੁਲਾਰੇ ਆਖ ਰਹੇ ਨੇ ਕਿ ਅਧਿਕਾਰਤ ਤੌਰ ਤੇ ਇਹਦੀ ਹੀ ਪੁਸ਼ਟੀ ਹੁੰਦੀ ਹੈ ਜਾਂ ਐਲਾਨ ਹੁੰਦਾ ਜਾਂ ਨਹੀਂ। ਹੁਣ ਸਭਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਨਾਲ ਹੀ ਚੀਨ ਨੇ ਵੀ ਆਖ ਦਿੱਤਾ ਹੈ ਕਿ ਜੇਕਰ ਤੁਸੀਂ ਕੌਮਾਂਤਰੀ ਭਾਈਚਾਰੇ ਦੀ ਚਾਹੁੰਦੇ ਹੋ ਕਿ ਤੁਹਾਡੀ ਪਿੱਠ ਤੇ ਖੜਨ ਤੇ ਤੁਹਾਨੂੰ ਮਾਨਤਾ ਦੇਣ ਤਾਂ ਤੁਹਾਨੂੰ ਜਿਹੜੇ ਦੁਨੀਆ ਦੇ ਚੋਟੀ ਦੀਆਂ ਜਾਂ ਕੋਈ ਵੀ ਅੱਤਵਾਦੀ ਗਰੁੱਪ ਹੈ ਉਹਨਾਂ ਦੇ ਨਾਲੋਂ ਤਾਲਿਬਾਨ ਨੂੰ ਆਪਣੇ ਨਾਤੇ ਤੋੜਨੇ ਪੈਣਗੇ। ਜੇਕਰ ਨਾਤੇ ਨਹੀਂ ਤੋੜਨਗੇ ਤਾਂ ਉਹਨਾਂ ਦੇ ਉੱਤੇ ਪਾਬੰਦੀਆਂ ਜ਼ਰੂਰ ਲੱਗਣਗੀਆਂ। ਅਗਲੀ ਖਬਰ ਹੈ ਪ੍ਰਸ਼ਾਂਤ ਕਿਸ਼ੋਰ ਅਤੇ ਕਾਂਗਰਸ ਦੇ ਨਾਲ ਸੰਬੰਧਿਤ ਸੱਚਮੁੱਚ ਵੱਡੀ ਜਾਣਕਾਰੀ ਹੈ। ਉਹਦਾ ਕਾਰਨ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਦੇ ਪ੍ਰਧਾਨ ਮੰਤਰੀ ਮੋਦੀ ਨੂੰ ਜਿਤਾਇਆ, ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਦੇ ਕਿਸੇ ਹੋਰ ਨੂੰ
ਤੇ ਕਦੇ ਆ ਪਿੱਛੇ ਜੇ ਮਮਤਾ ਬੈਨਰਜੀ ਨੂੰ। ਕਹਿਣ ਦਾ ਭਾਵ ਉਹ ਚੰਗੇ ਰਣਨੀਤੀ ਘਾੜੇ ਆ। ਪ੍ਰਸ਼ਾਂਤ ਕਿਸ਼ੋਰ ਲੋਕ ਉਹਨਾਂ ਨੂੰ ਘੱਟ ਕਹਿੰਦੇ ਆ, ਪੀਕੇ ਜ਼ਿਆਦਾ ਕਹਿੰਦੇ ਆ। ਹੁਣ ਖਬਰਾਂ ਮਿਲ ਰਹੀਆਂ ਨੇ ਕਿ ਬੜੀ ਜਲਦ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਅਤੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਇੱਕ ਵੱਡੀ ਭੂਮਿਕਾ ਦਿੱਤੀ ਜਾ ਸਕਦੀ ਹੈ। ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਹਲਚਲ ਵੀ ਹੈ, ਪਰ ਪਾਰਟੀ ਦਾ ਮੰਨਣਾ ਇਹ ਹੈ ਕਿ ਦੇਖੋ ਵੱਖ-ਵੱਖ ਰਾਏ ਹੋਣੀ ਬੜੀ ਲਾਜ਼ਮੀ ਹੈ, ਪਰ ਟਕਰਾਅ ਵਾਲੀ ਕੋਈ ਗੱਲ ਨਹੀਂ। ਕਾਂਗਰਸ ਦੇ ਪ੍ਰਧਾਨ ਨੇ ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੀ ਸੰਭਾਵਿਤ ਭੂਮਿਕਾ ਦੇ ਬਾਬਤ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਗੱਲਬਾਤ ਵੀ ਕਰ ਲਈ ਹੈ ਅਤੇ ਮੰਨਿਆ ਜਾ ਰਿਹਾ ਕਿ ਅੰਤਮ ਫੈਸਲਾ ਛੇਤੀ ਲਿਆ ਜਾਣਾ ਹੈ। ਸੰਕੇਤ ਦਿੱਤੇ ਜਾ ਰਹੇ ਨੇ ਕਿ ਕਾਂਗਰਸ ਦੇ ਬਹੁਤ ਜ਼ਿਆਦਾ ਉਡੀਕ ਕੀਤੇ ਜਾਣ ਵਾਲੇ ਸੰਗਠਨਾਤਮਕ ਬਦਲਾਅ ਨੂੰ ਜਦੋਂ ਲਾਗੂ ਕੀਤਾ ਜਾਣਾ ਹੈ, ਉਸੇ ਹੀ ਵਕਤ ਪ੍ਰਸ਼ਾਂਤ ਕਿਸ਼ੋਰ ਦੀ ਸਿਆਸੀ ਐਂਟਰੀ ਹੋਏਗੀ ਤੇ ਉਹਦਾ ਐਲਾਨ ਕੀਤਾ ਜਾਏਗਾ। ਕਾਂਗਰਸ ਦੇ ਕੁਝ ਆਗੂ ਉਹ ਨੇ ਜਿਹੜੇ ਨਾਰਾਜ਼ ਆਖੇ ਜਾ ਸਕਦੇ ਨੇ, ਅਸੰਤੁਸ਼ਟ ਆਖੇ ਜਾ ਸਕਦੇ ਨੇ ਅਤੇ ਉਸ ਗਰੁੱਪ ਨੂੰ G23 ਵੀ ਆਖਿਆ ਜਾਂਦਾ ਹੈ। G23 ਦੇ ਕੁਝ ਮੈਂਬਰਾਂ ਦੇ ਵੱਲੋਂ ਪੀਕੇ ਨੂੰ ਸਿੱਧੇ ਜਨਰਲ ਸਕੱਤਰ ਬਣਾ ਕੇ ਕਾਰਜ ਕਮੇਟੀ ਵਿੱਚ ਲਿਆਉਣ ਦੇ ਪ੍ਰਸਤਾਵ ਤੇ ਕਈ ਸਵਾਲ ਖੜੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਵੀ ਨੇ, ਚਰਚਾਵਾਂ ਵੀ ਨੇ। ਪਾਰਟੀ ਦੇ ਇੱਕ ਸੀਨੀਅਰ ਅਹੁਦਾ ਅਧਿਕਾਰੀ ਨੇ ਕਿਹਾ ਕਿ ਕਿਸੇ ਦੀ ਵੱਖ ਰਾਏ ਹੋਣਾ ਕੋਈ ਵਿਰੋਧ ਨਹੀਂ ਹੋਇਆ ਕਰਦਾ। ਇਸ ਗਰੁੱਪ ਦੇ ਕਈ ਆਗੂਆਂ ਨੇ ਪੀਕੇ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਵੱਡਾ ਰੋਲ ਦੇਣ ਦਾ ਪੁਰਜ਼ੋਰ ਸਮਰਥਨ ਵੀ ਕੀਤਾ ਤੇ ਕਈ ਵਿਰੋਧ ਵੀ ਕਰ ਰਹੇ ਨੇ ਕਿ ਬਾਹਰੋਂ ਲਿਆ ਕੇ ਬੰਦੇ ਨੂੰ ਏਡਾ ਵੱਡਾ ਪਹਿਲਾਂ ਹੀ ਰੁਤਬਾ ਤੇ ਅਹੁਦਾ ਦੇ ਦੇਣਾ। ਪਰ ਅੰਤਮ ਫੈਸਲਾ ਤੁਹਾਨੂੰ ਪਤਾ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਭਾਵ ਗਾਂਧੀ ਪਰਿਵਾਰ ਲਿਆ ਕਰਦਾ ਹੈ। ਹੁਣ ਕਾਂਗਰਸੀ ਆਗੂਆਂ ਦੇ ਮੁਤਾਬਕ ਸੋਨੀਆ ਗਾਂਧੀ ਦੇ ਕਈ ਸੀਨੀਅਰ ਆਗੂਆਂ ਤੋਂ ਪੀਕੇ ਵਿੱਚ ਪਾਰਟੀ ਨੂੰ ਸ਼ਾਮਲ ਕਰ ਦੇਣ, ਵੱਡੀ ਭੂਮਿਕਾ ਦੇ ਦੇਣ ਤੇ ਕੁਝ ਰਾਏ ਵੱਖਰੀ ਹੈ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮੁੱਦੇ ਤੇ ਅਸੀਂ ਸੋਨੀਆ ਗਾਂਧੀ ਦੇ ਨਾਲ ਚਰਚਾ ਤਾਂ ਕੀਤੀ ਹੈ, ਚਰਚਾ ਦੀ ਪ੍ਰਕਿਰਿਆ ਮੁਕੰਮਲ ਵੀ ਹੋ ਗਈ ਹੈ ਤੇ ਹੁਣ ਸਿਰਫ ਫੈਸਲਾ ਕਰਨਾ ਬਾਕੀ ਹੈ। G23 ਗਰੁੱਪ ਦੇ ਕੁਝ ਆਗੂਆਂ ਦੇ ਇਤਰਾਜ਼ ਤੋਂ ਦੇਖੋ ਕਿ ਭੈ-ਭੀਤ ਸੋਨੀਆ ਗਾਂਧੀ ਹੁੰਦੇ ਆ ਜਾਂ ਨਹੀਂ, ਪਰ ਮੈਂ ਖੁਦ ਮਹਿਸੂਸ ਕਰਦਾ ਹਾਂ ਕਿ G23 ਦੇ ਆਗੂ ਜੇਕਰ ਇਹ ਮਹਿਸੂਸ ਕਰਦੇ ਹੈ ਕਿ ਪੀਕੇ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਤੇ ਉਹਨਾਂ ਨੂੰ ਇੱਕ ਵੱਡਾ ਅਹੁਦਾ ਦੇਣਾ ਚੰਗਾ ਨਹੀਂ, ਇਸ ਉਹਨਾਂ ਦੇ ਇਤਰਾਜ਼ ਦੇ ਬਾਵਜੂਦ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਬੜੀ ਜਲਦ ਕਾਂਗਰਸ ਦੇ ਵਿੱਚ ਸ਼ਾਮਲ ਵੀ ਕੀਤਾ ਜਾਊ, ਉਹਨਾਂ ਨੂੰ ਵੱਡਾ ਅਹੁਦਾ ਵੀ ਦਿੱਤਾ ਜਾਊ। ਇਹ ਅੱਜ ਭਾਵੇਂ ਨੋਟ ਕਰ ਲਓ ਤੇ ਤੁਸੀਂ ਇਹ ਵੀ ਦੇਖਿਓ ਕਿ ਆਉਣ ਵਾਲੀਆਂ ਜਿਹੜੀਆਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਨੇ, ਗੁਜਰਾਤ ਵਿਧਾਨ ਸਭਾ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਭਾਵ ਪੀਕੇ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਗੁਜਰਾਤ ਦੀ ਵਾਗਡੋਰ ਵੀ ਸੰਭਾਲੀ ਜਾਊ, ਕਿਉਂਕਿ ਅਸਲ ਦੇ ਵਿੱਚ ਇਸ ਵਕਤ ਕਾਂਗਰਸ ਲਗਾਤਾਰ ਖੁਰ ਰਹੀ ਹੈ ਤੇ ਖਰ ਰਹੀ ਹੈ। ਕਾਂਗਰਸ ਆਪਣਾ ਵਜੂਦ ਕਾਇਮ ਕਰਨਾ ਚਾਹੁੰਦੀ ਹੈ, ਇਹ ਚੰਗੀ ਗੱਲ ਵੀ ਹੈ। ਭਾਵੇਂ ਉਹ ਪ੍ਰਸ਼ਾਂਤ ਕਿਸ਼ੋਰ ਹੋਣ, ਭਾਵੇਂ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਲੀਡਰ ਪਹਿਲਾਂ ਹੀ ਜਿਹੜਾ ਕਾਂਗਰਸ ਵਿੱਚ ਹੈ, ਉਹਨੂੰ ਜ਼ਿੰਮੇਵਾਰੀਆਂ ਦੇ ਕੇ ਤਾਂ ਦੇਖਣ, ਕਿਉਂਕਿ ਬੀਤੇ ਲਗਭਗ 2 ਦਹਾਕਿਆਂ ਤੋਂ ਜੇਕਰ ਵੇਖੀਏ ਲਗਾਤਾਰ ਕਾਂਗਰਸ ਦਾ ਨਿਘਾਰ ਹੈ। ਆ ਬੀਤੀਆਂ ਤੁਸੀਂ ਦੇਖੋ ਕਿ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ, 2019 ਦੀਆਂ ਲੋਕ ਸਭਾ ਚੋਣਾਂ ਤੇ ਵੱਖੋ-ਵੱਖ ਸੂਬਿਆਂ ਦੇ ਵਿੱਚ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਪੱਲੇ ਕੀ ਪਿਆ। ਇੰਡੀਆ ਦੀ ਸਭ ਤੋਂ ਪਹਿਲੀ ਵੱਡੀ ਤੇ ਪੁਰਾਣੀ ਰਾਜਨੀਤਿਕ ਪਾਰਟੀ ਹੋਵੇ ਤੇ ਪੱਛਮੀ ਬੰਗਾਲ ਵਿੱਚ ਖਾਤਾ ਨਾ ਖੋਲ੍ਹ ਸਕੀ ਹੋਵੇ। ਪੰਜਾਬ ਤੇ ਰਾਜਸਥਾਨ ਨੂੰ ਛੱਡ ਕੇ ਬਾਕੀਆਂ ਥਾਵਾਂ ਤੇ ਵੀ ਤੁਸੀਂ ਦੇਖੋ ਕਿ ਸਥਿਤੀ ਕੀ ਬਣੀ ਹੋਈ ਹੈ। ਰਾਜਸਥਾਨ, ਪੰਜਾਬ ਤੇ ਛੱਤੀਸਗੜ੍ਹ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਵੀ ਤੁਸੀਂ ਵੇਖੋ ਕਿ ਇਸ ਵਕਤ ਕਾਟੋ ਕਲੇਸ਼ ਸਿਖਰਾਂ ਤੇ ਹੈ। ਕਾਂਗਰਸ ਨੂੰ ਮਾਰਨ ਵਾਸਤੇ ਮੈਨੂੰ ਲੱਗਦਾ ਇਸ ਵਕਤ ਵਿਰੋਧੀਆਂ ਨੂੰ ਕੋਈ ਜ਼ਰੂਰਤ ਨਹੀਂ। ਜਿਹੜੇ ਕੰਮ ਵਿਰੋਧੀਆਂ ਨੇ ਕਰਨੇ ਨੇ ਉਹ ਆਪਣੇ ਆਪ ਹੀ ਕਰੀ ਜਾਂਦੇ ਆ। ਅਗਲੀ ਖਬਰ ਡੇਰਾ ਪ੍ਰੇਮੀਆਂ ਦੇ ਨਾਲ ਜੁੜੀ ਖਬਰ ਵੀ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਜੁੜੀ ਖਬਰ ਵੀ ਹੈ। ਬੇਅਦਬੀ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਜਾਂਚ ਕਾਫੀ ਤੇਜ਼ ਕੀਤੀ ਜਾ ਰਹੀ ਹੈ। ਇਸ ਜਾਂਚ ਟੀਮ ਦੇ ਮੁਖੀ ਨੇ IG SPS ਪਰਮਾਰ ਅਤੇ AIG ਰਜਿੰਦਰ ਸਿੰਘ ਸੋਹਲ ਨੇ ਬੇਅਦਬੀ ਮਾਮਲੇ ਦੇ ਵਿੱਚ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿਹੜੇ 3 ਡੇਰਾ ਪ੍ਰੇਮੀ, ਉਹਨਾਂ ਦੀ ਜਾਇਦਾਦ ਤੇ ਬੈਂਕ ਖਾਤਿਆਂ ਨੂੰ ਸੀਲ ਕਰਵਾਉਣ ਦੀ ਕਾਰਵਾਈ ਦੱਸਿਆ ਕਿ 30 ਸਤੰਬਰ ਤੱਕ ਟਲ ਗਈ ਹੈ। ਜਾਣਕਾਰੀ ਦੇ ਅਨੁਸਾਰ ਜਾਂਚ ਟੀਮ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਰਜਨੀ ਦੀ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ, ਫਿਰ ਬੇਅਦਬੀ ਕਰਨ ਅਤੇ ਉੱਥੇ ਇਤਰਾਜ਼ਯੋਗ ਪੋਸਟਰ ਤੇ ਇਤਰਾਜ਼ਯੋਗ ਸ਼ਬਦਾਵਲੀ ਉਹਦੀ ਸਾਜ਼ਿਸ਼ ਰਚਣ ਵਾਲੇ
इस मामले ਦੇ ਵਿੱਚ ਨਾਮਜ਼ਦ ਕੀਤੇ ਡੇਰਾ ਸਿਰਸਾ ਕੌਮੀ ਕਮੇਟੀ ਦੇ 3 ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ। ਉਹਨਾਂ ਨੂੰ ਭਗੌੜਾ ਕਰਾਰ ਦਿੱਤੇ ਜਾਣ ਉਪਰੰਤ ਇਹਨਾਂ ਨਾਲ ਸੰਬੰਧਿਤ ਜਾਇਦਾਦਾਂ ਕੁਰਕ ਕੀਤੀਆਂ ਜਾਣ, ਜਿਸ ਤੇ ਮਾਨਯੋਗ ਅਦਾਲਤ ਨੇ ਥਾਣਾ ਬਾਜਾਖਾਨਾ ਦੇ SHO ਇਕਬਾਲ ਹੁਸੈਨ ਨੂੰ ਹਦਾਇਤ ਕੀਤੀ ਸੀ ਕਿ 2 ਸਤੰਬਰ ਤੱਕ ਉਹਨਾਂ ਦੇ ਬੈਂਕ ਖਾਤੇ, ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਅਦਾਲਤ ਵਿੱਚ ਪੇਸ਼ ਕਰਨ। ਪਰ ਜਾਣਕਾਰੀ ਮਿਲੀ ਹੈ ਕਿ ਅਦਾਲਤ ਦੇ ਵਿੱਚ ਸੰਦੀਪ ਬਰੇਟਾ, ਹਰਸ਼ ਧੂਰੀ, ਪ੍ਰਦੀਪ ਕਲੇਰ, ਇਹਨਾਂ ਦਾ ਕੋਈ ਵੀ ਬੈਂਕ ਖਾਤਾ ਅਤੇ ਇਹਨਾਂ ਨਾਲ ਸੰਬੰਧਿਤ ਜਾਇਦਾਦ ਪੇਸ਼ ਪੁਲਿਸ ਵੱਲੋਂ ਕੀਤੀ ਨਹੀਂ ਜਾ ਸਕੀ ਅਤੇ ਅਦਾਲਤ ਦੇ ਕੋਲੋਂ ਤਾਰੀਖ ਦੀ ਬੇਨਤੀ ਕੀਤੀ ਗਈ। ਅਦਾਲਤ ਨੇ ਇਹਨਾਂ ਦੀ ਬੇਨਤੀ ਸਵੀਕਾਰ ਕਰ ਲਈ ਤੇ ਹੁਣ ਅਗਲੀ ਤਾਰੀਖ 20 ਸਤੰਬਰ ਹੈ। 20 ਸਤੰਬਰ ਤੱਕ ਇਹ ਕਾਰਵਾਈ ਮੁਲਤਵੀ ਇਸ ਕਰਕੇ ਕਰਨੀ ਪੈ ਗਈ ਕਿਉਂਕਿ ਜਿਹੜੇ ਸੰਬੰਧਿਤ ਦਸਤਾਵੇਜ਼ ਚਾਹੀਦੇ ਸੀ, ਅਕਾਊਂਟ ਅਤੇ ਉਹਨਾਂ ਦੀ ਜਾਇਦਾਦ, ਇਹਦਾ ਵੇਰਵਾ SHO ਬਾਜਾਖਾਨਾ ਦੇ ਜਾਂ ਆਪਾਂ ਥਾਣੇਦਾਰ ਆਖੀਏ, SHO ਆਖੀਏ, ਉਹ ਦੇ ਨਹੀਂ ਸਕੇ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ, ਕੱਲ੍ਹ ਦੀਆਂ ਖਬਰਾਂ ਸੀ ਜਿਹਦੇ ਤੇ ਟਿੱਪਣੀ ਕਰੀਏ ਕਿ ਜਿਹੜੇ 2017 ਦੇ ਵਿੱਚ ਚੋਣ ਮਨੋਰਥ ਪੱਤਰ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ, ਉਹ ਸਾਰੇ ਪੂਰੇ ਕਰਾਂਗੇ। ਉਹਨਾਂ ਵਿੱਚੋਂ ਇੱਕ ਵੱਡਾ ਤੇ ਅਹਿਮ ਵਾਅਦਾ ਇਹ ਵੀ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਲੈ ਕੇ ਦਿਆਂਗੇ। ਜੇ ਇੱਕ SHO ਸਾਹਿਬ 3 ਉਹ ਦੋਸ਼ੀ ਜਿਹੜੇ ਅਦਾਲਤ ਦੇ ਵਿੱਚ ਜਿਨ੍ਹਾਂ ਦਾ ਅਕਾਊਂਟ ਨੰਬਰ ਮੰਗੇਗਾ, ਜਿਨ੍ਹਾਂ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ, ਕਿੰਨਾ ਕੁ ਵੱਡਾ ਕੰਮ ਸੀ। ਜੇ 2 ਸਤੰਬਰ ਦੀ ਤਰੀਕ ਨਿਰਧਾਰਤ ਸੀ, ਉੱਥੇ ਤੱਕ ਲੈ ਨਹੀਂ ਸਕਦੇ। ਹੁਣ ਦਿਨ ਫੇਰ ਦੇਖੋ ਤੁਸੀਂ 18 ਹੋਰ ਮੰਗ ਲਏ ਹੈ। ਖੈਰ ਰੱਬੀ ਰਾਖਾ। ਅਗਲੀ ਜਿਹੜੀ ਖਬਰ ਹੈ ਉਹ ਖੇਤੀ ਕਾਨੂੰਨਾਂ ਨਾਲ ਵੀ ਸੰਬੰਧਿਤ ਹੈ ਅਤੇ ਜਿਨ੍ਹਾਂ ਕੋਲ ਇਹ ਵਿਭਾਗ ਹੈ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਵੀ ਸੰਬੰਧਿਤ ਹੈ। ਇਹ ਯਾਦ ਕਰਵਾਉਣ ਵਾਲੀ ਗੱਲ ਨਹੀਂ, ਇਹ ਤਾਂ ਲਗਭਗ ਤੁਸੀਂ ਹਰ ਰੋਜ਼ ਸੁਣਦੇ ਵੀ ਹੋ, ਪੜ੍ਹਦੇ ਵੀ ਹੋ ਕਿ 9 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਕੇਂਦਰ ਸਰਕਾਰ ਨੇ 3 ਖੇਤੀਬਾੜੀ ਦੇ ਜਿਹੜੇ ਸੁਧਾਰ ਕਾਨੂੰਨ, ਉਹ ਕਹਿੰਦੇ ਐ ਸੋ ਕਾਲਡ, ਕਿ ਸੁਧਾਰ ਕਾਨੂੰਨ ਬਣਾਏ ਹੈ, ਪਰ ਲਗਾਤਾਰ ਕਿਸਾਨਾਂ ਵੱਲੋਂ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ। ਵੱਖੋ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਪ੍ਰਦਰਸ਼ਨ ਕਰਦਿਆਂ 600 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਚੁੱਕੇ ਹੈ। ਪਰ ਕੇਂਦਰ ਸਰਕਾਰ ਕਹਿੰਦੀ ਹੈ ਕਿ ਨਹੀਂ, ਇਹ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਗੇ। ਜਾਣਕਾਰੀ ਦੇ ਅਨੁਸਾਰ CII ਦੇ 16ਵੇਂ ਸਥਾਈ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਜੀ। ਤੋਮਰ ਸਾਹਿਬ ਨੇ ਕਿਹਾ ਕਿ ਖੇਤੀ ਸੈਕਟਰ ਦੇ ਵਿੱਚ ਬੜੀਆਂ ਚੁਣੌਤੀਆਂ ਨੇ, ਪਰ ਇਹਨਾਂ ਚੁਣੌਤੀਆਂ ਨਾਲ ਸਿੱਝਣ ਲਈ, 2-4 ਹੋਣ ਦੇ ਲਈ ਭਾਰਤ ਸਰਕਾਰ ਗੰਭੀਰਤਾ ਨਾਲ ਆਪਣੀ ਭੂਮਿਕਾ, ਆਪਣੀਆਂ ਜ਼ਿੰਮੇਵਾਰੀਆਂ ਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਮੌਸਮ ਦੇ ਵਿੱਚ ਤਬਦੀਲੀ ਹੈ, ਮੌਸਮ ਦੇ ਵਿੱਚ ਵਿਗਾੜ ਦੇ ਕਾਰਨ ਕਿਤੇ ਸੋਕਾ ਪੈ ਰਿਹਾ ਹੈ, ਕਿਤੇ ਹੜ੍ਹ ਆ ਰਹੇ ਨੇ ਤੇ ਜਿਹੜੇ ਮਾੜੇ ਹਾਲਾਤ ਬਣ ਰਹੇ ਨੇ, ਉਹਦੇ ਕਾਰਨ ਕੇਂਦਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸਾਡੇ ਵਿਗਿਆਨੀ ਨੇ ਢੁਕਵੇਂ ਬੀਜਾਂ ਨਾਲ ਕਿਸਾਨਾਂ ਨੂੰ ਅਗਾਂਹ ਵਧੂ ਅੱਗੇ ਵਧਾਉਣ ਦੇ ਖਾਤਰ ਚੰਗੇ ਬੀਜ ਦੇ ਰਹੇ ਨੇ ਤਾਂ ਕਿ ਫਸਲਾਂ ਦੇ ਝਾੜ ਚੰਗੇ ਹੋਣ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੂਰੀ ਮਿਹਨਤ ਦੇ ਨਾਲ ਕੋਵਿਡ ਸੰਕਟ ਦੇ ਦੌਰਾਨ ਕਿਸਾਨਾਂ ਨੇ ਵੀ ਬੰਪਰ ਫਸਲ ਦੀ ਪੈਦਾਵਾਰ ਕੀਤੀ ਅਤੇ ਖੇਤੀ ਸੈਕਟਰ ਨੇ ਮੁਲਕ ਦੀ GDP ਦੇ ਵਿੱਚ ਅਹਿਮ ਯੋਗਦਾਨ ਪਾਇਆ। ਭਾਵ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਕਿਸਾਨ ਮਿਹਨਤੀ ਨੇ, ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਹੈ ਕਿ GDP ਦੇ ਵਿੱਚ ਵੀ ਵੱਡਾ ਯੋਗਦਾਨ ਖੇਤੀ ਸੈਕਟਰ ਪਾਉਂਦਾ ਹੈ। ਪਰ ਫਿਰ ਵੀ ਕਿਸਾਨੀ ਦਾ ਲੱਕ ਤੋੜਨ ਦੇ ਵਾਸਤੇ 3 ਖੇਤੀ ਕਾਨੂੰਨ ਲਿਆਂਦੇ ਗਏ। ਹੁਣ ਉਹ ਗੱਲ ਕਰਦਿਆਂ ਸ਼ਾਇਦ ਭੁੱਲ ਗਏ ਮੈਂ ਕਹਿਣਾ ਕੀ ਹੈ ਤੇ ਕੀ ਨਹੀਂ। ਉਹ ਕਹਿੰਦੇ ਖੇਤੀ ਕਾਨੂੰਨ ਜਿਹੜੇ ਬਣਾਏ ਗਏ ਨੇ ਖੇਤੀ ਸੈਕਟਰ ਦੇ ਵਿੱਚ ਵੱਡਾ ਬਦਲਾਅ ਲਿਆਉਣਗੇ। ਖੇਤੀ ਕਾਨੂੰਨਾਂ ਦੇ ਨਾਲ ਕਿਸਾਨਾਂ ਲਈ ਪੂਰਾ ਮੁਲਕ ਇੱਕ ਖੁੱਲੀ ਮੰਡੀ ਬਣ ਕੇ ਰਹਿ ਗਿਆ। ਇਸ ਨਾਲ ਪ੍ਰਾਈਵੇਟ ਸੈਕਟਰ ਵੀ ਕਹਿੰਦੇ ਆਧੁਨਿਕ ਖੇਤੀ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ ਅਤੇ ਫਸਲਾਂ ਲਈ ਗੋਦਾਮ, ਕੋਲਡ ਸਟੋਰੇਜ ਆਦਿ ਬਣਾ ਸਕਦਾ ਹੈ। ਹੁਣ ਜਿਹੜੀ ਆਹ ਗੱਲ ਉਹ ਕਹਿ ਗਏ, ਪਹਿਲਾਂ ਮੈਨੂੰ ਇਹ ਦੱਸੋ, ਮੈਂ ਤੁਹਾਨੂੰ ਦਰਸ਼ਕਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ, ਪੁੱਛਣਾ ਚਾਹੁੰਦਾ ਬੇਨਤੀ ਦੇ ਰੂਪ ਵਿੱਚ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਮੰਨ ਲਓ ਕਿੰਨੂ ਉਗਾਏ ਜਾਂਦੇ ਸੀ, ਕੀ ਲੋਕ ਉਹਨਾਂ ਨੂੰ ਕਲਕੱਤੇ ਜਾ ਕੇ ਵੇਚਦੇ ਸੀ ਜਾਂ ਨਹੀਂ ਵੇਚਦੇ ਸੀ? ਕੀ ਪਹਿਲਾਂ ਪਾਬੰਦੀ ਸੀ ਜਿਹੜੀ ਹੁਣ ਕਹਿੰਦੇ ਨੇ ਕਿ ਇੱਕ ਮੰਡੀ ਮੁਲਕ ਬਣਾ ਦਿੱਤਾ ਗਿਆ ਹੈ? ਦੂਸਰੀ ਗੱਲ ਆਹੀ ਤੇ ਕਿਸਾਨ ਕਹਿੰਦੇ ਨੇ, ਜਿਹੜੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਆ ਗਏ
कि हुण प्राइवेट सैक्टर घुसपैठ कर सकता है, प्राइवेट सैक्टर इहदे विच इन्वैसट कर सकता है। इसे गल करके तो 9 महीनों तो ज़्यादा समा हो गया कि प्राइवेट सैक्टर जां कारपोरेट घराणे जिहड़ी साडी विरासत साडे तो खो के लै जाणगे। जिहड़े अज किसान जमीनां दे मालक ने वो सिर्फ उत्थे मजदूर बन के रह जाणगे, अपनियां जानां तक कुर्बान कर रहे हैं फसल ते नस्ल नूं बचाउण वास्ते। किसान बीते 9 महीनों तो ज़्यादा समय तो दिल्ली दीयां सरहदां ते रुल रहा है। याद रहे किसानां दे नाल 11 मीटिंगां होईयां, मीटिंगां दे विच नरेंद्र तोमर जी भी होया करदे सी, पीयूष गोयल जी भी होया करदे सी। पीयूष गोयल जी भी केंद्रीय मंत्री ने, उन्होंने एक बारी ये बयान दे दिता सी, आख दिता सी जदों उन्होंने पूछा गया सी कि कानून खेती दे संबंधित स्टेटां दा सबजैक्ट है, स्टेट सबजैक्ट है, कि केंद्र सरकार बना सकती सी। उन्हों दे मूँहों सुभावक निकल गया, कहते किसानां लई थोड़ी, ये तो व्यापारियों लई बनाए ने। सुण आ उस तरह की गल एक बारी केंद्रीय खेतीबाड़ी मंत्री नरेंद्र तोमर जी कर गए है कि हुण इहदे नाल जिहड़ा कारपोरेट है, जिहड़ा व्यापारी वर्ग है, वो खेती दे विच वड्डे पद्धर ते इन्वैसट कर सकता है। अगली जिहड़ी खबर है, हुण नीयत की है, नीयत ते नीति तुहानूं पता लग जाना है। आम तौर पर जो साडे दिल च हुंदा कई वारी जुबान ते आ जाता है। ਵੱਖ-ਵੱਖ ਸਮਿਆਂ ਤੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਦੀਆਂ ਸਹਿਯੋਗੀ ਪਾਰਟੀਆਂ ਦੇ ਲੀਡਰ ਸਮੇਂ-ਸਮੇਂ ਤੇ ਕਿਸਾਨਾਂ ਨੂੰ ਵੱਖੋ-ਵੱਖ ਲਕਬ ਦੇ ਚੁੱਕੇ ਹੈ, ਫਿਕਰੇ ਕੱਸ ਚੁੱਕੇ ਹੈ। ਇੱਥੋਂ ਤੱਕ ਕਿ ਪਾਰਲੀਮੈਂਟ ਦੇ ਅੰਦਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਕਿਸਾਨਾਂ ਨੂੰ ਅੰਦੋਲਨ ਜੀਵੀ ਤੱਕ ਆਖ ਗਏ ਸੀ। ਇੱਥੋਂ ਤੱਕ ਕਿ ਕੇਂਦਰ ਦੇ ਕਈ ਮੰਤਰੀ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਟੁਕੜੇ-ਟੁਕੜੇ ਗੈਂਗ बड़ा कुछ आख चुके ने। हुण चंद चाढ़िया हरियाणे के 2 मंत्रियों ने, उन्होंने एक मूलचंद शर्मा और दूसरे कमलपाल गुर्जर ने। असल दे विच मेघालय के राजपाल सत्यापाल मलिक ते निशाने बन रहे सी। एक टीवी चैनल नूं मुलाकात दिंदियां दिंदियां हरियाणा के कैबिनेट मंत्री मूलचंद शर्मा ने आख्या कि मेघालय के राजपाल सत्यापाल मलिक वो पुछ रहे हैं कि किसानां दे डांगां ना मारीआं जाण। वो कहते बदतमीजी की है इन्होंने, जे इन्हां बदतमीज़ां दे असीं डांगा ना मारीए तो की करिए। मूलचंद शर्मा ने कहा कि शायद राजपाल नहीं जानते कि अखौती किसानां ने हरियाणे च की कीता है। वो कहते हरियाणे का किसान तो खेतों च काम कर रहा है। ये लगभग उही बयान है, थोड़ा जिहा वधा के दे दिता। हरियाणा के मुख मंत्री मनोहर लाल खट्टर ने भी आख्या सी कि हरियाणा का किसान इस धरने दे विच, रोस प्रदर्शन दे विच जां दिल्ली दीयां सरहदां ते नहीं बैठा। ये पता नहीं कहते बाहरों कौन आ गए। आ हुण उही उन्होंने फिर कहा कि हरियाणे वाला किसान ये नहीं। जे हरियाणे का किसान नहीं, मैं बीते दिन भी कहा सी, फिर हरियाणे के किसान की मौत क्यों हुई? हरियाणे के किसान ही जख्मी क्यों ने? एक होर कैबिनेट मंत्री ने कंवरपाल, वो कहते राजपाल सत्यापाल मलिक ने लगदा चोणां लड़ानियां ने, इसे करके इस तरह के बयान दे रहे हैं। हुण मैं पुछना चाहुंदा है कि करनाल कित्थे जिथे मीटिंग हो रही सी, पर वो कहते करनाल दे विच मीटिंग हो रही सी, ये बदतमीजी कर रहे सी। जेकर इन्हां दे लाठियां ना मारीए तो की मारीए। अंदोलन दे विच कहते किसान घट ते समाज विरोधी तत्त ज़्यादा ने। हुण मैं टिप्पणी जे करां तां कंवरपाल गुर्जर जां मूलचंद शर्मा जां बाकी भारतीय जनता पार्टी के लीडर जिहड़े कहंदे ने कि सत्यापाल मलिक ने चोणां लड़नियां ने तां किसानां दे हक च बयान दे रहे हैं कि भाई तुसीं चोणां नहीं लड़नियां। जे चोणां लड़नियां ने की तुहानूं किसानां दा, मजदूरां दीयां वोटां नहीं चाहीदियां, आम लोकां दीयां वोटां नहीं चाहीदियां? जिन्हां किसानां दा, मजदूरां तो डरदे हो, बदतमीज़ आखदे हो, अंदोलन जीवी आखदे हो कि इन्हां ने तुहानूं वोटां नहीं पाईआं, जे नहीं भी पाईआं की तां तुसीं इन्हां दी कोई सुणवाई नहीं करनी। दूसरी गल, जिथे बस्ताड़ा टोल प्लाजा के उत्ते लाठी चार्ज किया गया, वो तो करनाल तो घट्टो घट्ट भी 14-15 किलोमीटर की दूरी ते इन्नी दूरों खतरा कादा। पर अपने आप दे विच बयान किड्डा हासोहीन है कि सत्यापाल मलिक मेघालय के राजपाल ने चोण लड़नी हो तां उन्हां दे हक च बयान देई जांदे ने कि तुहानूं नामजद किया गया कि जदों केंद्र दीयां चोणां होणगीਆਂ, हरियाणे दीयां चोणां होणगीਆਂ या यूपी च चोणां होणीਆਂ ने, पंजाब च चोणां होणीਆਂ ने, हर थां ते भारतीय जनता पार्टी ने चोण लड़नी है। कि तुहानूं नहीं लगदा कि तुसीं चोणां दे विच इन्हां लोकां दीयां वोटां लैणीਆਂ ने? खैर अपने आप दे विच तुसीं सोच के देखियो
कि लगदा ही नहीं कि सोच के कोई बयान दिंदे ने। हुण करनाल दे विच जदों ये लाठी चार्ज होया तो एक SDM की वीडियो वायरल हुई सी, उस मसले के उत्ते संयुक्त किसान मोर्चा का एक बयान आया है क्योंकि उसका सिर्फ तबादला किया गया है। संयुक्त किसान मोर्चा के आगू बलवीर सिंह राजेवाल, डॉक्टर दर्शनपाल, गुरनाम सिंह झड़ूनी, जगजीत सिंह डल्लेवाल, जोगिंदर सिंह उगराहां, शिव कुमार शर्मा कक्का जी, युद्धवीर सिंह, जोगिंदर सिंह यादव, इन्हां लगभग सारिਆਂ ने आख्या है कि किसानों का सिर पाड़न वाला आदेश जिहड़े SDM ने दिता सी उहदा सिर्फ तबादला किया गया। ये तबादला ये बदली सानू मंजूर नहीं है। वो कहते जदों तक इस अधिकारी के उत्ते कतल का मुकदमा दर्ज नहीं किया जाता, SDM नूं 6 सितंबर तक बर्खास्त नहीं किया जाता, तो फिर 7 सितंबर तो करनाल विच मिनी सकत्तरेत का घिराव किया जाऊ। क्योंकि हरियाणा सरकार SDM का वो कहते इस वक्त सिर्फ तो सिर्फ बचाव कर रही है। दसना बनता है कि करनाल दे विच होए लाठी चार्ज के कारण गंभीर रूप में जख्मी हुई सुशील काजल की शहादत हो गई सी। उहदे तो बाद सैकड़े थावां ते हरियाणा के मुख मंत्री मनोहर लाल खट्टर का पुतला साड़िया गया सी। पंजाब च भी हरियाणा ते थां थां ते बंद किया गया सी। इन्ना ही नहीं, कातल SDM नूं तुरंत बर्खास्त करन, कतल का केस दर्ज करने की मंग के नाल संबंधित जिहड़ी हवा फैली सी वो बंगाल च, असाम च, बिहार च, महाराष्ट्र च, तमिलनाडु च, केरला च, तेलंगाना च, आंध्रा च, कर्नाटक, यूपी च, उत्तराखंड, राजस्थान, हरियाणा वख-वख थावां तो आवाज़ उठी से विरोध होया, पुतले साड़े गए सी। कईयां थावां ते 2-2 घंटे ते जाम लाए गए सी। ते नाल ही जिथे ये लाठी चार्ज की निंदिया की गई है तो उस SDM नूं बर्खास्त करने की मंग ਅਤੇ ਉਹਦੇ ਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ਹੈ। ਦੂਸਰੇ ਪਾਸੇ ਕੱਲ ਮੋਗਾ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ, ਕਿਸਾਨਾਂ ਦੇ ਉੱਤੇ ਕਹਿਰ ਢਾਇਆ ਗਿਆ, ਲਾਠੀ ਚਾਰਜ ਕੀਤਾ ਗਿਆ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਇਸ ਚੀਜ਼ ਦੀ ਵੀ ਸੰਯੁਕਤ ਕਿਸਾਨ ਮੋਰਚਾ ਨੇ ਨਿਖੇਧੀ ਕੀਤੀ ਹੈ ਤੇ ਇਹ ਅਧਿਕਾਰੀਆਂ ਦੇ ਖਿਲਾਫ ਵੀ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ ਗਿਆ ਸੀ ਉਹਨਾਂ ਵਿੱਚ ਦੱਸਿਆ ਗਿਆ ਕਿ ਕਿਰਤੀ ਕਿਸਾਨ ਯੂਨੀਅਨ ਵੀ ਸੀ। ਉਸ ਸਮੇਂ ਲਾਠੀ ਚਾਰਜ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਜਦੋਂ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕਰਨ ਵਾਸਤੇ ਅੱਗੇ ਵਧ ਰਹੇ ਸੀ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਝੋਨੇ ਦੇ ਖਰੀਦ ਲਈ ਜਾਰੀ ਕੀਤੇ ਗਏ ਨਿਯਮਾਂ ਦੇ ਵਿਰੁੱਧ ਕਿਸਾਨਾਂ ਦਾ ਗੁੱਸਾ ਹੁਣ ਹੋਰ ਵਧਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਜਿਨ੍ਹਾਂ ਦੇ ਵਿੱਚ ਸੁਖਬੀਰ ਬਾਦਲ, ਜਿਨ੍ਹਾਂ ਦੇ ਵਿੱਚ ਵਿਕਰਮ ਮਜੀਠੀਆ, ਉਹ ਕਹਿੰਦੇ ਨੇ ਕਿ ਅਕਾਲੀਆਂ ਦਾ ਵਿਰੋਧ ਕਰਨ ਵਾਲੇ ਜਿਹੜੇ ਲੋਕ ਨੇ ਉਹ ਕਿਸਾਨ ਨਹੀਂ, ਸਗੋਂ ਆਮ ਆਦਮੀ ਜਾਂ ਕਾਂਗਰਸ ਦੇ ਵਰਕਰ ਨੇ ਜਾਂ ਕੁਝ ਸ਼ਰਾਰਤੀ ਲੋਕ ਨੇ। ਹੁਣ ਇਸ ਚੀਜ਼ ਦਾ ਸੰਯੁਕਤ ਕਿਸਾਨ ਮੋਰਚਾ ਨੇ ਵੀ ਆਖਿਆ ਕਿ ਦੇਖੋ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਤੇ ਜਿਨ੍ਹਾਂ ਨੇ ਲਾਠੀ ਚਾਰਜ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਆ ਜਿਹੜਾ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ, ਸ਼ਰਾਰਤੀ ਅਨਸਰ ਨੇ, ਕਾਂਗਰਸੀ ਨੇ, ਕਾਂਗਰਸ ਵਾਲੇ ਤਾਂ ਨਹੀਂ ਹਾਲੇ ਬੋਲੇ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੀਤ ਹੇਅਰ ਖੁੱਲ੍ਹ ਕੇ ਸਾਹਮਣੇ ਆ ਗਏ। ਉਹ ਕਹਿੰਦੇ ਬਾਦਲਾਂ ਨੇ ਜੋ ਬੀਜਿਆ ਉਹ ਵੱਢ ਰਹੇ ਨੇ। ਉਹ ਇੰਨਾ ਹੀ ਨਹੀਂ, ਉਹ ਕਹਿੰਦੇ ਤੁਹਾਡੇ ਕੋਲੋਂ ਕਿਸਾਨ ਸਵਾਲ ਪੁੱਛ ਰਹੇ ਨੇ, ਤੁਸੀਂ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਕਹਿ ਕੇ ਜ਼ਿੰਮੇਵਾਰ ਠਹਿਰਾ ਰਹੇ ਹੋ। ਸਵਾਲਾਂ ਤੋਂ ਭੱਜਣਾ ਤੁਹਾਡੀ ਆਪਣੀ ਚਾਲ ਹੋ ਸਕਦੀ ਹੈ। ਉਹਨਾਂ ਨੇ ਸੁਖਬੀਰ ਬਾਦਲ ਨੂੰ ਵੀ ਤੇ ਨਾਲ ਵਿਕਰਮ ਮਜੀਠੀਆ ਨੂੰ ਕੁਝ ਸਵਾਲ ਪੁੱਛੇ ਨੇ। ਉਹ ਕਹਿੰਦੇ ਕੇਂਦਰ ਵੱਲੋਂ ਜਿਹੜਾ ਖੇਤੀ ਕਾਨੂੰਨ ਹੁਣ ਬਣਾ ਦਿੱਤਾ ਗਿਆ ਹੈ, ਜਦੋਂ ਇਹ ਆਰਡੀਨੈਂਸ ਲਿਆਂਦਾ ਗਿਆ ਸੀ ਬਤੌਰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੱਸਿਓ ਕਿ ਉਹਦੇ ਤੇ ਦਸਤਖਤ ਕੀਤੇ ਸੀ ਜਾਂ ਨਹੀਂ, ਦੱਸਿਓ ਕਹਿੰਦੇ। ਫਿਰ ਉਹਨਾਂ ਨੇ ਇਹ ਵੀ ਪੁੱਛਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਜਿਹੜੀ ਵੀਡੀਓ ਜਾਰੀ ਕੀਤੀ ਗਈ ਸੀ ਕਿ ਉਹ ਵੀ ਦੱਸ ਦਿਓ ਤੁਸੀਂ ਆਪ ਬਣਾਈ ਸੀ ਜਾਂ ਉਹ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਣਵਾਈ ਸੀ। ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਬਾਦਲ ਸਾਹਿਬ ਜ਼ਿੰਮੇਵਾਰ ਨੇ, ਜਾਂ ਉਹਦੇ ਵਾਸਤੇ ਵੀ ਕਹਿੰਦੇ ਆਮ ਆਦਮੀ ਪਾਰਟੀ ਦੇ ਵਰਕਰ ਜ਼ਿੰਮੇਵਾਰ ਨੇ। ਉਹ ਕਹਿੰਦੇ ਇਹ ਵੀ ਦੱਸ ਦਿਓ ਕਿ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਇਹਨਾਂ ਤਿੰਨੇ ਖੇਤੀ ਦੇ ਜਿਹੜੇ ਕਾਨੂੰਨ ਬਣਾਏ ਨੇ ਚੁੱਪ ਧਾਰ ਕੇ ਬੈਠੇ ਹੈ ਕਿ ਉਹਦੇ ਲਈ ਵੀ ਆਮ ਆਦਮੀ ਪਾਰਟੀ ਜਾਂ ਉਹਦੇ ਵਰਕਰ ਜ਼ਿੰਮੇਵਾਰ ਨੇ। ਉਹਨਾਂ ਨੇ ਇਹ ਵੀ ਪੁੱਛਿਆ ਕਿ ਖੇਤੀ ਕਾਨੂੰਨ ਨੂੰ ਲੈ ਕੇ ਜਿਹੜੀ ਸਰਬ ਪਾਰਟੀ ਮੀਟਿੰਗ ਕਰਵਾਈ ਗਈ ਸੀ,
ਸੁਖਬੀਰ ਬਾਦਲ ਜੀ ਜਿਸ ਤਰੀਕੇ ਨਾਲ ਤੁਸੀਂ ਉਹਦੇ ਵਿੱਚ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਸੀ, ਇਹ ਵੀ ਦੱਸ ਦਿਓ ਕਿ ਉਹ ਵਕਾਲਤ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕਹਿਣ ਤੇ ਕੀਤੀ ਸੀ ਕਿ ਉਹਦੇ ਵਾਸਤੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਜ਼ਿੰਮੇਵਾਰ ਨੇ। ਉਹ ਕਹਿੰਦੇ ਤੁਸੀਂ ਜੁਰਤ ਕਰੋ, ਲੋਕਾਂ ਦੇ ਸਵਾਲਾਂ ਦੇ ਜਵਾਬ ਦਿਓ। ਮੀਤ ਹੇਅਰ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਇਹ ਖਿਆਲ ਹੁਣ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਨੇ। ਜੇ ਨਾਲ ਨੇ ਤਾਂ ਤੁਹਾਨੂੰ ਸਵਾਲ ਕਰਦੇ ਨੇ ਤੇ ਸਵਾਲਾਂ ਦੇ ਜਵਾਬ ਦਿਓ। ਅਸਲ ਤਾਂ ਤਸੱਲੀ ਤਾਂ ਕਰਾਈ, ਸਵਾਲ ਉਹਨਾਂ ਨੇ ਕੁਝ ਹੋਰ ਵੀ ਕੀਤੇ ਹੈ। ਵੇਖਦੇ ਹਾਂ ਕਿ ਮੀਤ ਹੇਅਰ ਵੱਲੋਂ ਕੀਤੇ ਗਏ ਇਹ ਜਿਹੜੇ ਸਵਾਲ ਮਜੀਠੀਆ ਸਾਹਿਬ ਤੇ ਬਾਦਲ ਜੀ ਨੂੰ ਨੇ ਜਵਾਬ ਦਿੰਦੇ ਆ ਕਿ ਨਹੀਂ, ਪਰ ਬਿਲਕੁਲ ਸਵਾਲ ਉਹਨਾਂ ਦੇ ਜਾਇਜ਼ ਨੇ। ਅਗਲੀ ਜਿਹੜੀ ਖਬਰ ਵੀ ਆ ਉਹ ਵੀ ਕਿਸਾਨੀ ਸੰਘਰਸ਼ ਦੇ ਵਿੱਚੋਂ ਨਿਕਲੀ ਖਬਰ ਹੈ। ਮੈਂ ਵਾਰ-ਵਾਰ ਆਖ ਰਿਹਾ ਕਿ 9 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਇਹ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੂੰ ਸੰਘਰਸ਼ ਕਰਦਿਆਂ। ਬਹੁਤ ਸਾਰੇ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਟਿਕਰੀ ਸਰਹੱਦ ਤੇ ਸੱਪ ਨੇ ਇੱਕ ਕਿਸਾਨ ਨੂੰ ਡਸ ਲਿਆ, ਜਿਸ ਦੇ ਕਾਰਨ ਇੱਕ ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਟਿਕਰੀ ਸਰਹੱਦ ਤੇ ਖੰਭਾ ਨੰਬਰ 70 ਦੇ ਕੋਲ ਪਿੰਡ ਮੱਤੜ ਦੇ ਟੈਂਟ ਵਿੱਚ ਰਹਿੰਦੇ ਬੀਤੀ 27 ਅਗਸਤ ਨੂੰ ਦਰਸ਼ਨ ਸਿੰਘ ਉਹਨਾਂ ਨੂੰ ਸੱਪ ਨੇ ਡੰਗ ਲਿਆ। ਇਲਾਜ ਵਾਸਤੇ ਫਿਰ 27 ਅਗਸਤ ਨੂੰ ਉਹਨਾਂ ਨੂੰ ਸਿਰਸਾ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਪਰ ਹੁਣ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦਾ ਵੀ ਸ਼ਹੀਦਾਂ ਦੇ ਵਿੱਚ ਨਾਮ ਸ਼ੁਮਾਰ ਹੋ ਗਿਆ ਹੈ। ਸੋ ਦੋਸਤੋ, ਕੁੱਲ ਮਿਲਾ ਕੇ ਆਪਣਾ ਅੱਜ ਦਾ ਇਹ ਸੀ ਪ੍ਰੋਗਰਾਮ। ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ, ਸ਼ੇਅਰ ਵੀ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।